श्री नानक पद पंकज बंधन पंकज बंधना सिमरो अंगद दुख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्नन के नाशक बिघ्नन के नाशक हर गोविंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा जी पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु ते प्रसाद सत होए वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए। जुगो जुग अटल चबर सबर तख्त दे मालिक गुरता गद्दी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अत सत्कार योग सत्संगी जनों बड़े ही वड्डियां भागां वाले हो जो सतगुरु जी की रहमत के सदका सानू ये सुभाग समा प्राप्त होया है कि असी सिख पंथ दे मोढी धन गुरु नानक साहिब जी महाराज जी दे जीवन बाबत समझण लई जां इतिहास की जानकारी एकत्रित करने के लिए जुड़ मिल बैठे हाँ। आओ विचारां की आरंभता करने तो पहला जो असी कल के दीवाना दे विच सरवण कीता सी कुछ पंछी झार असी कल के दीवाना दे विच भी मार लईए तां जो अज दी इस इतिहास की लड़ी नूं समझण दा सानू सोख महसूस हो सके। कल के दीवाना दे विच असी सरवण कीता सी कि भाई बाला जी ते धन गुरु अंगद साहिब जी महाराज जी के विचकार जो विचार चर्चा हो रही है धन गुरु अंगद साहिब जी महाराज भाई बाला जी नूं धन गुरु नानक साहिब जी महाराज जी के जीवन के बाबत जो पत्री है वो लैके आउण दे लई बेनती करते ने ते भाई बाला जी आखदे ने कि वो पत्री जो धन गुरु नानक साहिब जी महाराज जी के चाचा जी ने भाई लालू जी के घर दे विचों सानू प्राप्त हो सकती है क्योंकि धन गुरु नानक साहिब जी महाराज जी के परिवार दे विचों हुण भाई लालू जी ही वडेरी उम्र के जिहड़े ने उही इस धरती के उत्ते हन
ਤੇ ਫਿਰ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਬੇਨਤੀ ਕਰਦੇ ਨੇ ਕਿ ਮੈਨੂੰ ਸਾਥ ਦੇ ਵਾਸਤੇ ਕੋਈ ਸਿੱਖ ਭੇਜ ਦਿਓ ਮੇਰੇ ਨਾਲ, ਤਾਂ ਜੋ ਅਸੀਂ ਜਲਦੀ ਦੇਣਾ ਤੁਹਾਡਾ ਇਹ ਕਾਰਜ ਸੌਂਪਿਆ ਹੋਇਆ ਛੇਤੀ ਦੇਣਾ ਨੇਪਰੇ ਚਾੜ ਕੇ ਅਸੀਂ ਪੱਤਰੀ ਲੈ ਕੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਇਕੱਤਰ ਹੋਈਏ। ਅੱਜ ਦੇ ਇਸ ਸਮੇਂ ਦੇ ਵਿੱਚ, ਅੱਜ ਦੀ ਇਸ ਵਿਚਾਰ ਦੇ ਵਿੱਚ, ਅੱਜ ਦੇ ਦੀਵਾਨਾਂ ਦੇ ਵਿੱਚ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਕਿਸ ਪਿਆਰੇ ਸਿੱਖ ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੇ ਨਾਲ ਰਾਏ ਭੋਇ ਦੀ ਤਲਵੰਡੀ ਵੱਲ ਨੂੰ ਤੋਰਿਆ ਤੇ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਦੇ ਨਾਲ ਕੀ ਵਿਚਾਰ ਹੁੰਦੀ ਹੈ ਤੇ ਕਿਸ ਤਰ੍ਹਾਂ ਉਹ ਪੱਤਰੀ ਉਹਨਾਂ ਨੂੰ ਮਿਲਦੀ ਹੈ ਤੇ ਪੱਤਰੀ ਲੈ ਕੇ ਉਹ ਕਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਸ਼ਰਨ ਦੇ ਵਿੱਚ ਵਾਪਸ ਪਰਤਦੇ ਨੇ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਲੂ ਵਾਲਿਆ ਲਹਿ ਟੁਲਾਈ ਆਨੇਗੇ ਹਮ ਜੇਤੇ ਪਾਈ। ਤੇ ਭਾਈ ਬਾਲਾ ਜੀ ਆਖਦੇ ਨੇ ਕਿ ਅਸੀਂ ਤਲਵੰਡੀ ਦੀ ਧਰਤੀ ਦੇ ਉੱਤੇ ਜਾ ਕੇ ਲਾਲੂ ਦਾਸ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੇ ਉਹਨਾਂ ਦੇ ਘਰ ਜਾ ਕੇ ਅਸੀਂ ਜਿਹੜੀ ਪੱਤਰੀ ਹੈ ਉਹ ਲੱਭ ਲਵਾਂਗੇ। ਗੁਰ ਪ੍ਰਸੀਦੇ ਵਾਲੇ ਪ੍ਰਤਪ ਚਿਤ ਕਰਤਾਰ ਨ ਵਿਸਰੈ ਉਰ ਕਬ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੀ ਰਚਨਾ ਤੋਂ ਇਹ ਬਚਨ ਸੁਣੇ ਕਿ ਭਾਈ ਬਾਲਾ ਜੀ ਆਖਦੇ ਨੇ ਕਿ ਅਸੀਂ ਜਲਦੀ ਹੀ ਉਹ ਪੱਤਰੀ ਜਿਹੜੀ ਹੈ ਜਿਸ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਪਤਾ ਲੱਗ ਸਕਦਾ ਹੈ, ਉਹ ਪੱਤਰੀ ਅਸੀਂ ਛੇਤੀ ਦਿਨਾਂ ਲੈ ਕੇ ਆ ਜਾਵਾਂਗੇ। ਤਾਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਅਸੀਸ ਦਿੱਤੀ ਕਿ ਭਾਈ ਬਾਲਾ ਜੀ ਚਿਤ ਕਰਤਾਰ ਨਾ ਵਿਸਰੈ ਉਰ ਕਬ, ਕਿ ਤੁਹਾਡੇ ਹਿਰਦੇ ਦੇ ਵਿੱਚੋਂ, ਤੁਹਾਡੇ ਦਿਲ ਦੇ ਵਿੱਚੋਂ ਕਦੇ ਵੀ ਕਰਤਾਰ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਹੈ, ਉਹ ਤੁਹਾਡੇ ਹਿਰਦੇ ਦੇ ਵਿੱਚੋਂ ਕਦੇ ਵੀ ਨਾ ਵਿਸਰੇ। ਲਾਲਾ ਪੰਨੂ ਸਿੱਖ ਸਦਾਇਆ ਸ੍ਰੀ ਮੁਖ ਤੇ ਇਵ ਵਾਕਿਆ ਲਾਇਆ। ਜਿਸ ਤਰ੍ਹਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਨਮੁਖ ਬੇਨਤੀ ਕੀਤੀ ਸੀ, ਕੋਈ ਪਿਆਰਾ ਸਿੱਖ ਮੇਰੇ ਨਾਲ ਉਸ ਰਾਏ ਭੋਇ ਦੀ ਤਲਵੰਡੀ ਵੱਲ ਨੂੰ ਭੇਜੋ, ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੀ ਜਿਹੜੀ ਬੇਨਤੀ ਸੀ ਉਸ ਨੂੰ ਸਵੀਕਾਰ ਕਰਦਿਆਂ ਇੱਕ ਸਿੱਖ ਨੂੰ ਬੁਲਾਇਆ, ਜਿਸ ਸਿੱਖ ਦਾ ਨਾਮ ਇੱਥੇ ਲਾਲਾ ਪੰਨੂ ਇਤਿਹਾਸ ਦੇ ਵਿੱਚ ਦਰਜ ਹੈ। ਲਾਲਾ ਪੰਨੂ ਨਾਂ ਦਾ ਸਿੱਖ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਹਾਜ਼ਰ ਹੁੰਦਾ ਹੈ। ਗੁਰਸਿੱਖੀ ਤੁਮ ਮਹਿ ਅਧਿਕਾਈ ਜਿਵ ਸਾਵਨ ਸਰਤਾ ਬਹੁਤਾਈ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਪਿਆਰੇ ਸਿੱਖ ਨੂੰ ਆਖਦੇ ਨੇ ਕਿ ਤੁਹਾਡੇ ਵਿੱਚ ਗੁਰਸਿੱਖੀ ਬਹੁਤ ਹੈ, ਤੁਹਾਡੇ ਜੀਵਨ ਦੇ ਵਿੱਚ ਗੁਰੂ ਪ੍ਰਤੀ ਬਹੁਤ ਸ਼ਰਧਾ ਹੈ, ਗੁਰੂ ਪ੍ਰਤੀ ਬਹੁਤ ਪਿਆਰ ਹੈ। ਜਿਵ ਸਾਵਨ ਸਰਤਾ ਬਹੁਤਾਈ, ਸਰਤਾ ਕਹਿੰਦੇ ਨੇ ਨਦੀ ਨੂੰ, ਕਿ ਜਿਸ ਤਰ੍ਹਾਂ ਬਰਸਾਤ ਦੇ ਮੌਸਮ ਦੇ ਵਿੱਚ, ਸਾਉਣ ਦੇ ਮਹੀਨੇ ਦੇ ਵਿੱਚ ਬਰਸਾਤ ਪੈਣ ਦੇ ਕਾਰਨ ਨਦੀਆਂ ਦੇ ਵਿੱਚ ਪਾਣੀ ਵਗਦਾ ਜਾਂਦਾ ਹੈ, ਨਦੀਆਂ ਵੀ, ਦਰਿਆ ਵੀ ਭਰ ਜਾਂਦੇ ਨੇ, ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਹੈ ਗੁਰਸਿੱਖੀ ਭਰੀ ਪਈ ਹੈ। ਦੋਹਰਾ ਬਾਲੇ ਸੰਗ ਚਲਿਓ, ਬਾਲੇ ਸੰਗ ਜਿਉ ਤਹਾਂ ਜਿਹ ਜਨਮਿਓ ਮਮਨਾਥ। ਭਵਪਤਰੀ ਕੋ ਅਨਕੈ ਕੀਜੈ ਜਨਮ ਸਕਾਤ। ਤੇ ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਪਿਆਰੇ ਸਿੱਖ ਨੂੰ ਆਖਦੇ ਨੇ ਕਿ ਲਾਲਾ ਪੰਨੂ ਜੀ, ਤੁਸੀਂ ਭਾਈ ਬਾਲੇ ਜੀ ਦੇ ਨਾਲ ਉਸ ਸਥਾਨ ਦੇ ਉੱਤੇ ਜਾਓ ਜਿਸ ਸਥਾਨ ਦੇ ਉੱਤੇ ਮਮਨਾਥ ਭਾਵ ਮੇਰੇ ਪਿਆਰੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ। ਤੁਸੀਂ ਉਸ ਸਥਾਨ ਦੇ ਉੱਤੇ ਭਾਈ ਬਾਲਾ ਜੀ ਦੇ ਨਾਲ ਇੱਥੋਂ ਜਾਣਾ ਕਰੋ। ਭਵ ਪਤਰੀ ਕੋ ਆਨਕੈ ਕੀਜੈ ਜਨਮ ਸਕਾਤ, ਕਿ ਉਸ ਸਥਾਨ ਦੇ ਉੱਤੇ ਜਾ ਕੇ ਉਸ ਭਵ ਪਤਰੀ ਨੂੰ ਭਾਵ ਉਸ ਜਨਮ ਪਤਰੀ ਨੂੰ ਲਿਆ ਕੇ ਆਪਣਾ ਜਨਮ ਜਿਹੜਾ ਹੈ ਉਹ ਸਫਲਾ ਕਰੋ।
ਚੋਪਈ। ਸੁਨ ਸੁਰਤ ਬਚਨ ਸਮਾਤ ਨ ਅੰਗਾ, ਭਇਓ ਤਿਆਰ ਚਲਣ ਕੋ ਸੰਗਾ। ਸੁਰਤ ਕਹਿੰਦੇ ਨੇ ਕੰਨਾਂ ਨੂੰ, ਕਿ ਜਦੋਂ ਕੰਨਾਂ ਦੇ ਨਾਲ ਲਾਲਾ ਪੰਨੂ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਤੋਂ ਇਹ ਬਚਨ ਸੁਣੇ ਤੇ ਉਹਨਾਂ ਦੇ ਜੀਵਨ ਦੇ ਵਿੱਚ ਕਹਿ ਦੋ ਵੀ ਉਸ ਸਮੇਂ ਜਿਹੜਾ ਹੈ ਚਾਉ ਪੈਦਾ ਹੋ ਗਿਆ, ਉਹ ਫੁੱਲੇ ਨਹੀਂ ਸਮਾਉਂਦੇ। ਭਇਓ ਤਿਆਰ ਚਲਣ ਕੋ ਸੰਗਾ, ਕਿ ਭਾਈ ਬਾਲਾ ਜੀ ਦੇ ਨਾਲ ਜਾਣ ਦੇ ਲਈ ਉਹ ਛੇਤੀ ਦਿਨਾਂ ਤਿਆਰ ਹੋ ਗਏ। ਧੰਨ ਭਾਗ ਆਪਣੇ ਕਰ ਜਾਣੇ, ਪਤਰੀ ਨਾਨਕ ਦਰਸ਼ਨ ਮਾਨੇ। ਲਾਲਾ ਪੰਨੂ ਜੀ ਕਹਿੰਦੇ ਕਿ ਮੇਰੇ ਧੰਨ ਭਾਗ ਨੇ, ਮੈਂ ਆਪਣੇ ਧੰਨ ਭਾਗ ਸਮਝਦਾ, ਵੱਡੇ ਭਾਗ ਸਮਝਦਾ ਕਿ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪੱਤਰੀ ਦੇ ਜਦੋਂ ਦੇਖਾਂਗਾ ਨਾ ਤਾਂ ਮੈਨੂੰ ਇਸ ਤਰ੍ਹਾਂ ਲੱਗੇਗਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰ ਲਏ। ਇੰਨਾ ਚਾਅ ਭਾਈ ਲਾਲਾ ਪੰਨੂ ਜੀ ਦੇ ਜੀਵਨ ਦੇ ਵਿੱਚ ਉਸ ਸਮੇਂ ਜਿਹੜਾ ਹੈ ਉਹ ਦੇਖਿਆ ਗਿਆ, ਜਿਸ ਨੂੰ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ। ਇੱਕ ਤਾਂ ਗੁਰੂ ਸਾਹਿਬ ਜੀ ਦਾ ਹੁਕਮ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਹੁਕਮ ਕੀਤਾ ਤੇ ਉਸ ਹੁਕਮ ਨੂੰ ਪੂਰਾ ਕਰਦੇ, ਉਸ ਹੁਕਮ ਨੂੰ ਸਿਰ ਮੱਥੇ ਮੰਨਦੇ ਆ। ਤੇ ਇੱਕ ਤਾਂ ਪਹਿਲਾਂ ਹੀ ਮਨ ਦੇ ਵਿੱਚ ਪਿਆਰ ਪੈ ਗਿਆ, ਚਾਅ ਪੈਦਾ ਹੋ ਗਿਆ ਕਿ ਮੇਰੇ ਗੁਰੂ ਸਾਹਿਬ ਨੇ ਮੈਨੂੰ ਕਿਸੇ ਸੇਵਾ ਦੇ ਲਾਇਕ ਸਮਝਿਆ। ਤੇ ਦੂਜਾ ਉਹ ਸੇਵਾ ਜਿਸ ਦੇ ਲਈ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵੀ ਮਨ ਦੇ ਵਿੱਚ ਤਾਂ ਗਏ ਕਿ ਮੈਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਬਾਬਤ ਜਾਣਨਾ ਚਾਹੁੰਦਾ ਹਾਂ। ਉਸ ਕਾਰਜ ਨੂੰ ਸੰਪੂਰਨ ਕਰਨ ਦੇ ਲਈ, ਉਸ ਕਾਰਜ ਨੂੰ ਨੇਪਰੇ ਚਾੜਨ ਦੇ ਲਈ ਲਾਲਾ ਪੰਨੂ ਜੀ ਦੇ ਜੀਵਨ ਦੇ ਵਿੱਚ, ਮਨ ਦੇ ਵਿੱਚ ਚਾਅ ਪੈਦਾ ਹੋ ਗਿਆ ਕਿ ਮੈਂ ਆਪਣੇ ਗੁਰੂ ਦੇ ਇਹਨਾਂ ਹੁਕਮਾਂ ਨੂੰ ਪੂਰਨ ਕਰਨਾ ਚਾਹੁੰਦਾ। ਛੇਤੀ ਦਿਨਾਂ ਜੋ ਵੀ ਕਾਰਜ ਕਰਦੇ ਸਨ ਉਸ ਨੂੰ ਉੱਥੇ ਹੀ ਛੱਡ ਕੇ ਛੇਤੀ ਦਿਨਾਂ ਭਾਈ ਬਾਲਾ ਜੀ ਦੇ ਨਾਲ ਜਿਹੜਾ ਹੈ ਉਹ ਜਾਣ ਦੇ ਲਈ ਤਲਵੰਡੀ ਦੀ ਧਰਤੀ ਵੱਲ ਨੂੰ ਚਾਲੇ ਪਾਉਣ ਦੇ ਲਈ ਤਿਆਰ ਹੋ ਗਏ। ਬੰਧਨ ਕਰ ਸੁਣ ਸਤ ਕਰਤਾਰ, ਚਲਤ ਭਏ ਨਾਨਕ ਉਰ ਧਾਰ। ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਜਿਹੜੇ ਪਿਆਰੇ ਸਿੱਖ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ, ਉਹਨਾਂ ਨੇ ਦੋਨਾਂ ਨੇ ਬੰਧਨ ਕਰ ਭਾਵ ਦੋਵੇਂ ਹੱਥ ਜੋੜ ਕੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਸਤ ਕਰਤਾਰ ਜਿਹੜਾ ਹੈ ਉਚਾਰਿਆ। ਚਲਤ ਭਏ ਨਾਨਕ ਉਰ ਧਾਰ, ਕਿ ਫਿਰ ਹਿਰਦੇ ਦੇ ਵਿੱਚ, ਔਰ ਕਹਿੰਦੇ ਨੇ ਹਿਰਦਾ ਮਨ, ਭਾਵ ਆਪਣੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਧਾਰਦਿਆਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਚੇਤੇ ਕਰਦਿਆਂ ਉਸ ਸਥਾਨ ਤੋਂ ਚਾਲੇ ਪਾ ਦਿੱਤੇ। ਮਗ ਮੈਂ ਮਹਿਮਾ ਅਮੀ ਪਟੰਤਰ, ਕਹਿਤ ਸੁਨਤ ਜੁਗ ਚਲਤ ਨਿਰੰਤਰ। ਫਿਰ ਅੱਗੇ ਮਗ ਮੈਂ ਮਹਿਮਾ ਅਮੀ ਪਟੰਤਰ, ਕਿ ਰਾਹ ਦੇ ਵਿੱਚ ਜਦੋਂ ਚੱਲਦੇ ਨੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਆਪਸ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਗਾਉਂਦੇ ਜਾਂਦੇ ਨੇ। ਕਹਿਤ ਸੁਣਤ ਜੁਗ ਚਲਤ ਨਿਰੰਤਰ, ਤੇ ਲਗਾਤਾਰ ਨਿਰੰਤਰ ਹੀ ਚੱਲਦੇ ਜਾ ਰਹੇ ਨੇ ਤੇ ਚੱਲਦੇ ਚੱਲਦੇ ਆਪਸ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਜਾ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਚੇਤੇ ਕਰਦੇ ਜਾ ਰਹੇ ਨੇ, ਉਹਨਾਂ ਦੇ ਨਾਮ ਦੀ ਇਰਾਦਾ, ਉਹਨਾਂ ਦੀ ਸਿਫਤ ਸਲਾਹ ਹੀ ਕਰਦੇ ਜਾ ਰਹੇ ਨੇ। ਪਹੁੰਚੇ ਜਬ ਤਲਵੰਡੀ ਜਾਏ, ਲਾਲੂ ਵਾਲਿਆ ਮਿਲੇ ਆਏ। ਕਿ ਜਦੋਂ ਤਲਵੰਡੀ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ, ਰਾਏ ਭੋਜ ਦੀ ਤਲਵੰਡੀ, ਜਦੋਂ ਉੱਥੇ ਜਾ ਕੇ ਪਹੁੰਚਦੇ ਨੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ, ਫਿਰ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਚਾਚਾ ਜੀ ਨੇ, ਮਹਿਤਾ ਕਲਿਆਣ ਦਾਸ ਜੀ ਭਰਾ ਜੀ ਨੇ ਜਿਹੜੇ ਲਾਲੂ ਜੀ, ਉਹਨਾਂ ਦਾ ਆਲਿਆ ਭਾਵ ਉਹਨਾਂ ਦਾ ਘਰ ਲੱਭਦੇ ਨੇ। ਕਰ ਬੰਧਨ ਪੁਨ ਬਚਨ ਉਚਾਰਾ, ਸੁਨ ਲਾਲੂ ਇੱਕ ਪਰ ਉਪਕਾਰਾ। ਕਰ ਭਾਵ ਹੱਥ, ਦੋਵੇਂ ਹੱਥ ਜੋੜ ਕੇ ਫਿਰ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੂੰ ਵੀ ਨਮਸਕਾਰ ਕਰਦੇ ਨੇ, ਉਹਨਾਂ ਨੂੰ ਪਿਆਰ ਦੇ ਨਾਲ ਸਤ ਕਰਤਾਰ ਉਚਾਰਦੇ ਨੇ ਤੇ ਫਿਰ ਉਹਨਾਂ ਨੂੰ ਬਚਨ ਆਖਦੇ ਨੇ ਕਿ ਜੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੀ ਸੇਵਾ ਲਾਈ ਸੀ ਕਿ ਭਾਈ ਲਾਲੂ ਜੀ ਤੁਹਾਡੇ ਲਈ, ਸੁਣ ਲਾਲੂ ਇੱਕ ਪਰ ਉਪਕਾਰਾ, ਤੁਹਾਡੇ ਲਈ ਇੱਕ ਪਰ ਉਪਕਾਰ ਵਾਲਾ ਕਾਰਜ ਹੈ। ਕਿਹੜਾ ਕਾਰਜ? ਦੋਹਰਾ ਸੋ ਦਿਓ ਹਮ ਜੋ ਗੁਰ ਪਇਓ, ਅੰਗਦ ਪਰਮ ਨਿਧਾਨ। ਸ਼੍ਰੀ ਨਾਨਕ ਪੁਨ ਤਿਨ ਵਿਖੇ, ਭੇਦ ਨ ਕੋ ਜਾਣਾ। ਕਿ ਅਸੀਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਲੱਭਿਆ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ। ਕਿ ਅਸੀਂ ਪੜਤਾਲ ਕੀਤੀ, ਅਸੀਂ ਦੇਖਿਆ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਅਸੀਂ ਦੇਖਿਆ
ਤਾਂ ਜਿਸ ਨੂੰ ਅਸੀਂ ਢੂੰਡ ਕੇ ਲੱਭਿਆ ਹੈ, ਜਿਹੜੇ ਕਿ ਪਰਮ ਨਿਧਾਨ ਨੇ। ਸ੍ਰੀ ਨਾਨਕ ਪੁਨ ਤਿਨ ਵਿਖੈ ਭੇਦ ਨਾ ਕੂ ਜਾਣ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਵਿੱਚ ਕੋਈ ਭੇਦ ਨਾ ਜਾਣੋ। ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਸਰਵਣ ਕੀਤਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ, ਤਾਂ ਕਵੀ ਜੀ ਨੇ ਉੱਥੇ ਵੀ ਬਹੁਤ ਸੋਹਣੀ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ ਕਿ ਜਿਸ ਤਰ੍ਹਾਂ ਇੱਕ ਰਾਜਾ ਆਪਣੇ ਵਸਤਰ ਬਦਲਦਾ ਹੈ, ਇੱਕ ਪੋਸ਼ਾਕ ਉਤਾਰ ਕੇ ਦੂਜੀ ਪੋਸ਼ਾਕ ਪਹਿਨਦਾ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਤਖਤ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਮਾਨੋ ਇਸ ਤਰ੍ਹਾਂ ਵਿਜਾਨਿਕ ਉੱਥੇ ਬਿਰਾਜਮਾਨ ਕੀਤਾ ਕਿ ਸਰੀਰ ਹੀ ਬਦਲਿਆ ਪਰ ਜੋਤ ਉਹੀ ਕਾਰਜ ਕਰ ਰਹੀ, ਵਿਚਾਰਧਾਰਾ ਉਹੀ ਕੰਮ ਕਰ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਕੋਈ ਵੀ ਭੇਦ ਨਾ ਜਾਣੋ। ਇਹ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੂੰ ਆਖਦੇ ਨੇ ਕਿ ਜਿਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਉਹਨਾਂ ਦੇ ਵਿੱਚ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵਿੱਚ ਕੋਈ ਵੀ ਭੇਦ ਨਹੀਂ। ਦੋਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਇੱਕ ਹੀ ਹੈ। ਚੌਪਈ ਦੀਨੀ ਅੰਗਦ ਕੋ ਗੁਰਿਆਈ, ਤਿੰਨ ਪੱਤਰੀ ਤੁਮ ਸੋ ਮੰਗਵਾਈ। ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ, ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਅਸੀਂ ਮੰਨਦੇ ਹਾਂ, ਤੁਹਾਡੇ ਕੋਲ ਆਏ ਹਾਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੀ ਜਨਮ ਪੱਤਰੀ ਹੈ ਉਹ ਤੁਹਾਡੇ ਕੋਲੋਂ ਮੰਗਵਾਈ ਹੈ। ਲਾਲਸ ਹੇਰਨ ਤਾਸ ਵਿਸਾਲਾ, ਸੁਨ ਕਰ ਸਿੱਖ ਪਠਿਓ ਤਤਕਾਲਾ। ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਜਿਹੜੀ ਹੈ ਲਾਲਸਾ ਪੈਦਾ ਹੋਈ ਹੈ। ਕਿਸ ਗੱਲ ਦੇ ਲਈ? ਕਿ ਮੈਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਜਨਮ ਪੱਤਰੀ ਹੈ ਉਹਦੇ ਦਰਸ਼ਨ ਕਰਨੇ ਚਾਹੁੰਦਾ, ਉਹਨਾਂ ਨੂੰ ਦੇਖਣਾ ਚਾਹੁੰਦਾ। ਜਿੱਥੇ ਲਾਲਾ ਪੰਨੂ ਜੀ ਵੀ ਆਖਦੇ ਨੇ ਕਿ ਜੇ ਮੈਂ ਉਹ ਜਨਮ ਪੱਤਰੀ ਦੇ ਦਰਸ਼ਨ ਕਰ ਲਵਾਂ ਨਾ ਤਾਂ ਮੈਨੂੰ ਇਹ ਮਹਿਸੂਸ ਹੋਵੇਗਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੀ ਪ੍ਰਤੱਖ ਦਰਸ਼ਨ ਕਰ ਲਏ ਨੇ। ਇੱਥੇ ਇਸੇ ਤਰ੍ਹਾਂ ਭਾਈ ਬਾਲਾ ਜੀ ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਨੂੰ ਆਖਦੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਚਾਅ ਪੈਦਾ ਹੋ ਗਿਆ ਕਿ ਇਸ ਪੱਤਰੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਸੁਣ ਕਰ ਸਿੱਖ ਪਠਿਓ ਤਤਕਾਲਾ। ਕਿ ਉਹ ਪੱਤਰੀ ਦੇਖਣ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਤੀਬਰ ਇੱਛਾ ਹੈ। ਉਹਨਾਂ ਨੇ ਸਿੱਖਾਂ ਨੂੰ ਤੁਰੰਤ ਹੀ ਲਿਆਉਣ ਵਾਸਤੇ ਕਿਹਾ ਹੈ। ਭਾਵ ਸਾਡੀ ਸੇਵਾ ਲਾਈ ਹੈ ਕਿ ਜਲਦੀ ਦੇਣਾ, ਛੇਤੀ ਦੇਣਾ ਉਹ ਜਿਹੜੀ ਜਨਮ ਪੱਤਰੀ ਹੈ ਉਹ ਲੈ ਕੇ ਆਓ। ਲਾਲੂ ਕਹੇ ਨਾ ਮੁਝ ਸੁਧ ਕੋ, ਅਬ ਪੱਤਰੀ ਤੁਮ ਜਾਚਤ ਜੋ। ਅੱਗੇ ਹੁਣ ਲਾਲੂ ਜੀ ਜਵਾਬ ਦਿੰਦੇ ਨੇ ਭਾਈ ਬਾਲਾ ਜੀ ਤੇ ਲਾਲਾ ਪੰਨੂ ਜੀ ਨੂੰ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਾਚਾ ਜੀ ਜਵਾਬ ਦਿੰਦੇ ਨੇ ਕਿ ਜਿਹੜੀ ਜਨਮ ਪੱਤਰੀ ਤੁਸੀਂ ਲੈਣ ਵਾਸਤੇ ਮੇਰੇ ਕੋਲ ਆਏ ਹੋ ਨਾ, ਉਹ ਮੈਨੂੰ ਧਿਆਨ ਦੇ ਵਿੱਚ ਹੀ ਨਹੀਂ, ਮੈਨੂੰ ਚੇਤੇ ਦੇ ਵਿੱਚ ਹੀ ਨਹੀਂ। ਉਹ ਜਨਮ ਪੱਤਰੀ ਹੈ ਕਿੱਥੇ, ਕਿੱਥੇ ਪਈ ਹੈ ਜਿਹੜੀ ਤੁਸੀਂ ਜਨਮ ਪੱਤਰੀ ਦੀ ਗੱਲ ਕਰਦੇ ਹੋ। ਨਾਨਕ ਕੇ ਤੁਮ ਬਹੁਤ ਪਿਆਰੇ, ਹਮ ਸੋ ਕੋ ਸਭ ਭੇਦ ਵਿਚਾਰੇ। ਕਿ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਸਿੱਖ ਹੋ। ਇਹ ਭਾਈ ਲਾਲੂ ਜੀ ਭਾਈ ਬਾਲਾ ਜੀ ਨੂੰ ਆਖਦੇ ਨੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਸਿੱਖ ਹੋ, ਪਿਆਰੇ ਮਿੱਤਰੋ, ਪਿਆਰੇ ਸਿੱਖ ਹੋ। ਤੁਸੀਂ ਉਹਨਾਂ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ ਹੈ, ਆਪਣੇ ਜੀਵਨ ਦਾ ਬਹੁਤ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ ਹੈ, ਉਹਨਾਂ ਦੇ ਨਾਲ ਰਹੇ ਹੋ। ਤੇ ਤੁਸੀਂ ਕੋਈ ਵੀ ਭੇਦ ਭਾਵ ਜਿਹੜਾ ਮੇਰੇ ਮਨ ਦੇ ਵਿੱਚ ਹੈ ਨਾ, ਉਹ ਭੇਦ ਨੂੰ ਖਤਮ ਕਰਦਾ। ਮੇਰੀਆਂ ਸਾਰੀਆਂ ਗੱਲਾਂ ਹੈ ਜਿਹੜੀਆਂ ਨੇ ਉਹ ਵਿਚਾਰ ਕੇ ਉਹਨਾਂ ਦਾ ਜਿਹੜਾ ਹੈ ਉਹ ਉੱਤਰ ਦਵੋ, ਮੈਨੂੰ ਨਿਰ ਉੱਤਰ ਕਰੋ ਜਿਹੜੇ ਮੇਰੇ ਸਵਾਲ ਨੇ। ਗੁਰ ਅੰਗਦ ਹੈ ਕੇ ਸ੍ਰੀ ਚੰਦ, ਮੰਜੀ ਕੇ ਟਿਕ ਆਨੰਦ ਖੰਦ। ਭਾਈ ਲਾਲੂ ਜੀ ਸਵਾਲ ਕਰਦੇ ਨੇ ਭਾਈ ਬਾਲਾ ਜੀ ਨੂੰ ਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਨੇ ਜਿਹੜੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਵੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ। ਕਿ ਸੱਚ ਦੱਸੋ ਕਿ ਉਹਨਾਂ ਦਾ ਜਿਹੜਾ ਗੁਰਤਾ ਗੱਦੀ ਦਾ ਉੱਤਰਾਧਿਕਾਰੀ ਹੈ ਉਹ ਬਾਬਾ ਸ੍ਰੀ ਚੰਦ ਜੀ ਨੇ ਜਾਂ ਕੋਈ ਹੋਰ ਹੈ? ਮੈਂ ਇੱਥੇ ਥੋੜਾ ਜਿਹਾ ਇਤਿਹਾਸ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਬਾਬਤ ਵੀ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਸਮਾਜ ਦੇ ਵਿੱਚ ਨਾ ਬਹੁਤ ਕੁਝ ਰਲੇਗਟ ਹੋ ਚੁੱਕੀ ਹੈ, ਇਤਿਹਾਸ ਦੇ ਵਿੱਚ ਵੀ ਬਹੁਤ ਕੁਝ ਰਲੇਗਟ ਹੋ ਚੁੱਕੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਘਰ ਦੋ ਸੁਪੁੱਤਰਾਂ ਦਾ ਜਨਮ ਹੁੰਦਾ, ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਜਨਮ 1494 ਈਸਵੀ ਨੂੰ ਹੁੰਦਾ ਹੈ।
ਤੇ ਇਤਿਹਾਸ ਦੇ ਵਿੱਚ ਅਸੀਂ ਕੁਝ ਕੁ ਘਟਨਾਵਾਂ ਵੀ ਪੜ੍ਹਦੇ ਹਾਂ, ਕੁਝ ਕੁ ਸਾਖੀਆਂ ਵੀ ਪੜ੍ਹ ਲੈਂਦੇ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਦੀ ਜਿਹੜੀ ਰਸਮ ਹੈ ਉਸ ਸਮੇਂ ਉਹ ਜਿਹੜਾ ਹਾਲਾਤ ਵਾਪਰੇ, ਤਾਂ ਇਤਿਹਾਸਕਾਰ ਕੁਝ ਕੁ ਲਿਖਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਨੇ ਉਸ ਗੱਦੀ ਦੇ ਉੱਤੇ ਆਪਣਾ ਹੱਕ ਸਮਝਿਆ ਕਿ ਮੈਂ ਜਿਸ ਤਰ੍ਹਾਂ ਸਮਾਜ ਦਾ ਵਿਧੀ ਵਿਧਾਨ ਚੱਲਦਾ ਇਸ ਦੇ ਅਨੁਸਾਰ ਕੋਈ ਵੀ ਰਾਜਾ ਹੋਵੇ ਉਸ ਤੋਂ ਬਾਅਦ ਉਸ ਦੀ ਸੰਤਾਨ, ਉਸ ਦੀ ਔਲਾਦ ਉਸ ਤਖਤ ਤੇ ਬੈਠਦੀ, ਤੇ ਉਸ ਪਰੰਪਰਾ ਦੇ ਚੱਲਦਿਆਂ ਇਸ ਗੱਦੀ ਦੇ ਉੱਤੇ ਮੇਰਾ ਹੱਕ ਬਣਦਾ। ਕੁਝ ਕੁ ਇਤਿਹਾਸਕਾਰ ਇਹ ਲਿਖਦੇ ਨੇ। ਪਰ ਜਦੋਂ ਅਸੀਂ ਡੂੰਘਾਈ ਦੇ ਨਾਲ ਇਸ ਗੱਲ ਨੂੰ ਜਾਂਚਾਂਗੇ, ਡੂੰਘਾਈ ਦੇ ਨਾਲ, ਗਹਿਰਾਈ ਦੇ ਨਾਲ ਇਤਿਹਾਸ ਨੂੰ ਪੜ੍ਹਨ ਦਾ ਯਤਨ ਕਰਾਂਗੇ, ਸਮਝਣ ਦਾ ਯਤਨ ਕਰਾਂਗੇ, ਤਾਂ ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜੀਵਨ ਬਾਬਤ ਪੜ੍ਹਨ ਦਾ ਯਤਨ ਕਰਾਂਗੇ, ਕੁਝ ਕੁ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਗੁਰਿਆਈ ਤੱਕ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਕੀਤਾ, ਕੁਝ ਕੁ ਸਮੇਂ ਦੇ ਲਈ ਆਪਸ ਦੇ ਵਿੱਚ ਕੁਝ ਕੁ ਭੇਦ ਪੈ ਗਏ। ਪਰ ਨਹੀਂ, ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਹੀ ਪ੍ਰਚਾਰ ਕੀਤਾ। ਜਿੰਨੀਆਂ ਵੀ ਪ੍ਰਚਾਰ ਪੀੜ੍ਹੀਆਂ ਕੀਤੀਆਂ, ਸਾਰੀਆਂ ਪ੍ਰਚਾਰ ਪੀੜ੍ਹੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਿਚਾਰਧਾਰਾ ਸੀ, ਜਿਸ ਨਿਰਮਲ ਪੰਥ ਦੀ ਅਗਵਾਈ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਸੀ, ਉਹੀ ਵਿਚਾਰਧਾਰਾ ਦਾ ਪ੍ਰਚਾਰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਕੀਤਾ। ਇੱਕ ਪੱਖ ਅਗਲਾ ਮੈਂ ਤੁਹਾਡੇ ਸਾਹਮਣੇ ਹੋਰ ਰੱਖਣਾ ਚਾਹੁੰਦਾ। ਮੰਨ ਲਓ ਜੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ ਉਲਟ ਸਨ, ਤਾਂ ਅਸੀਂ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਵੀ ਇਤਿਹਾਸ ਜਾਣਦੇ ਹਾਂ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਬਾਬਾ ਸ਼੍ਰੀ ਚੰਦ ਜੀ ਦਾ ਆਪਸ ਦੇ ਵਿੱਚ ਮਿਲਾਪ ਹੁੰਦਾ ਤਾਂ ਕਿੰਨਾ ਸਤਿਕਾਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਨੂੰ ਦਿੰਦੇ ਨੇ। ਕਿਉਂ? ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੁੱਤਰ ਨੇ ਤੇ ਉਹਨਾਂ ਨੂੰ ਵਡੇਰੇ ਜਾਣ ਕੇ ਉਹਨਾਂ ਦਾ ਸਤਿਕਾਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਰਦੇ ਨੇ। ਜੇਕਰ ਉਹ ਵਿਚਾਰਧਾਰਾ ਤੋਂ ਉਲਟ ਹੁੰਦੇ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਦਾ ਸਤਿਕਾਰ ਕਰਦੇ, ਇੱਕ ਪੱਖ ਅਗਲਾ, ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਿਲਦੇ ਨੇ, ਬਾਬਾ ਸ਼੍ਰੀ ਚੰਦ ਜੀ ਦੀ ਉਮਰ 118 ਸਾਲ ਦੇ ਕਰੀਬ ਬਣਦੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਜੀਵਨ ਬਾਬਤ ਸੁਣਦੇ ਨੇ, ਉਹਨਾਂ ਦੇ ਪੁੱਤਰਾਂ ਬਾਬਤ ਸੁਣਦੇ ਨੇ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵਚਨ ਕਰਦੇ ਨੇ ਕਿ ਸਾਰੇ ਪੁੱਤਰ ਤੁਸੀਂ ਆਪਣੇ ਕੋਲ ਹੀ ਰੱਖ ਲੈਣੇ। ਅਸੀਂ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ 5 ਪੁੱਤਰ ਤੇ 1 ਧੀ ਨੇ ਜਨਮ ਲਿਆ ਸੀ ਉਹਨਾਂ ਦੇ ਘਰ ਦੇ ਵਿੱਚ, ਕਿ ਤੁਸੀਂ ਸਾਰੇ ਪੁੱਤਰ ਆਪਣੇ ਕੋਲ ਹੀ ਰੱਖ ਲੈਣੇ ਕਿ ਕੋਈ ਪੁੱਤਰ ਸਾਨੂੰ ਵੀ ਦਵੋਗੇ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਸ਼ਰਨ ਦੇ ਵਿੱਚ ਸੌਂਪ ਦਿੱਤਾ ਸੀ। ਜੇ ਵਿਚਾਰਧਾਰਾ ਦੇ ਵਿੱਚ ਫਰਕ ਹੁੰਦਾ, ਜੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਕਹਿਣੇ ਤੋਂ ਬਾਹਰ ਹੁੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਹੈ ਉਹੀ ਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ ਹੈ, ਸਰੀਰ ਪਲਟ ਰਿਹਾ, ਵਿਚਾਰਧਾਰਾ ਉਹੀ ਚੱਲੀ ਆ ਰਹੀ, ਜੋਤ ਉਹੀ ਕਾਰਜ ਕਰ ਰਹੀ, ਕਿ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੁੱਤਰ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਸ਼ਰਨ ਦੇ ਵਿੱਚ ਸੌਂਪਦੇ। ਜਦੋਂ ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਗਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਸੀ ਕਿ ਜਾ ਕੇ ਕੀਰਤਪੁਰ ਦਾ ਜਿਹੜਾ ਨਗਰ ਹੈ, ਜਿਸ ਨੂੰ ਅੱਜ ਅਸੀਂ ਪਤਾਲਪੁਰੀ ਵੀ ਕਹਿ ਦਿੰਦੇ ਹਾਂ, ਕਿ ਉਹ ਨਗਰ ਵਸਾਉਣਾ, ਉਸ ਨਗਰ ਦੀ ਨੀਂਹ ਵੀ ਬਾਬਾ ਸ਼੍ਰੀ ਚੰਦ ਜੀ ਕੋਲ ਰਖਵਾਈ ਗਈ ਸੀ। ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ ਤਾਂ ਉਸ ਸਮੇਂ ਜਿਹੜੇ ਆਪਣਾ ਉੱਤਰਾਧਿਕਾਰੀ ਹੈ ਉਹ ਵੀ ਬਾਬਾ ਗੁਰਦਿੱਤਾ ਜੀ ਨੂੰ ਚੁਣਿਆ ਉਹਨਾਂ ਨੇ। ਵਿਚਾਰਧਾਰਾ ਇੱਕ ਸੀ। ਸਮਾਂ ਪੈਣ ਤੇ ਅਸੀਂ ਅੱਜ ਵੀ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਦੀ ਗੱਲ ਕਰ ਰਹੇ ਹਾਂ, ਉਹਨਾਂ ਤੋਂ ਬਾਅਦ ਅਸੀਂ ਕਰ ਲਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੱਲ। ਕਿੰਨਾ ਸਮਾਂ ਵਿੱਚ ਉਹਨਾਂ ਦੇ ਗੈਪ ਬਣਦਾ ਉਮਰ ਦੇ ਹਿਸਾਬ ਨਾਲ, ਸਮੇਂ ਦਾ ਕਿੰਨਾ 200 ਸਾਲ ਦਾ ਸਿੱਧਾ ਫਰਕ ਪੈਂਦਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਕਿੰਨੀ ਛੇੜਛਾਣੀ ਕਰ ਦਿੱਤੀ ਗਈ, ਤਾਂ ਸੁਭਾਵਿਕ ਹੀ ਹੈ ਕਿ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸ ਦੇ ਨਾਲ ਵੀ ਬਹੁਤ ਲੋਕਾਂ ਨੇ ਛੇੜਛਾਣੀ ਕੀਤੀ। ਇਹ ਜੋ ਮੈਂ ਤੱਥ ਆਪ ਜੀ ਦੇ ਸਨਮੁਖ ਰੱਖੇ ਨੇ, ਇਹਨਾਂ ਤੱਥਾਂ ਦੇ ਆਧਾਰ ਤੇ ਇਹ ਮੰਨਿਆ ਜਾ ਸਕਦਾ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਹਿਣੇ ਤੋਂ ਬਾਹਰ ਨਹੀਂ ਸਨ, ਸਗੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਰਹੇ ਸਨ। ਤੇ ਬਾਬਾ ਸ਼੍ਰੀ ਚੰਦ ਜੀ ਨੇ ਆਪ ਵੀ ਪ੍ਰਚਾਰ ਫੇਰੀਆਂ ਕੀਤੀਆਂ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਚਾਰ ਫੇਰੀਆਂ ਤੇ ਸਨ, ਘਰ ਦਾ ਸਾਰਾ ਦੇਖ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਰਲ ਕੇ ਹੀ ਕੀਤੀ ਸੀ। ਸਾਰਾ ਪ੍ਰਬੰਧ ਉਹਨਾਂ ਨੇ ਹੀ ਸੰਭਿਆ ਸੀ। ਗੁਰ ਅੰਗਦ ਹੈ ਕੇ ਸ਼੍ਰੀ ਚੰਦ, ਮੰਜੀ ਕੇ ਟਿਕ ਆਨੰਦ ਕੰਦ,
तो हुण गुरु नानक साहिब जी महाराज जी के चाचा जी इत्थे भाई बाला जी नूं ते लाला पन्नू जी नूं सवाल करते हैं कि गुरु नानक साहिब जी महाराज जी ने अपना उत्तराधिकारी अपने पुत्र नूं चुनिया ते तुसीं गुरु अंगद साहिब जी का नाम लिया कि गुरु अंगद साहिब जी महाराज जी ने उत्तराधिकारी चुनिया। सुतने लई के सेवक पाई तत्व वैस कित गुरता आई, कि गुरता गद्दी सेवक ने प्राप्त की या पुत्र ने प्राप्त की। पुत्र या सेवक दोनों के हिस्सों किस दे हिस्से ये गुरता गद्दी जिहड़ी है, गुरता गद्दी का तख्त है जिस तख्त के उत्ते बैठना सी, सेवक के हिस्से आया है वह तख्त या पुत्र के हिस्से आया। दोहरा कह बाला अंगद गुरु जे श्री नानक आप, पैसे पंच ननेर धर सिर नवाए तिज थाप। फिर भाई बाला जी आखते ने गुरु नानक साहिब जी महाराज जी के चाचा जी ने जिहड़े सवाल किए उन्होंने जवाब दिंदे ने कि गुरु अंगद साहिब जी महाराज जी नूं ही गुरियाई मिली है। गुरु अंगद साहिब जी महाराज जी नूं ही तख्त ते बिठाया है गुरु नानक साहिब जी महाराज जी ने आप। ते जिहड़ी उस समय गुरता गद्दी दी रस्म है उसका वर्णन भी कवि जी इस रचना दे विच करदे ने कि पैसे पंच नलेर धर, कि 5 पैसे ते एक नारियल धर के उन्हां दे अगे शीश निवा के ते उन्हां नूं गुरता गद्दी दे उत्ते विराजमान कर दिता। पैसे पंच नलेर धर सिर नवाए जिज थाप, कि उन्होंने गुरु अंगद साहिब जी महाराज जी नूं दूसरे गुरु थाप दिता है। चौपई तिन की समता होवे कैसे, थाप्यो गुरु नानक जब ऐसे। ते हुण फिर अगे आखदे ने कि उस महान पुरुष दी, उस महान रहबर दी बराबरता किस तरह हो सकती जिस दी चोण धन गुरु नानक साहिब जी महाराज जी ने आप कीती होवे ते अपने तख्त ते बिठा दिता हो। उस दे बराबर हुण कौन हो सकदा, उस दी बराबरता कौन कर सकदा है समाज दे विच जिहनूं गुरु नानक साहिब जी महाराज जी ने खुद चुनिया होवे। खोद लियो हम गुर मत धीरा, जोखन वारी पावे हीरा। हुण भाई बाला जी आखदे ने कि असीं भी खोज लिया गुरु अंगद साहिब जी महाराज जी नूं, क्योंकि सानू पता नहीं सी भी गुरु नानक साहिब जी महाराज जी ने किस नूं गुरता गद्दी ते बिठाया। जदों सानू पता लगा असीं छेती दे नाल खडूर साहिब दी धरती दे उत्ते गए ते उस धरती दे उत्ते जाके जदों गुरु साहिब जी नूं नमस्कार कीती तां साडे मन दे विच धीरज आया। मान लो असीं इस तरह गुरु अंगद साहिब जी महाराज जी नूं लभ लिया जिवें एक खाना खोदण वाला किसी हीरे की प्राप्ति कर लवे, कीमती हीरे की प्राप्त कर लवे मेहनत करने तो बाद ना। असीं इसे तरह मेहनत करने तो बाद मान लो एक कीमती अनमोला गहना जिहड़ा है प्राप्त कर लिया गुरु अंगद साहिब जी महाराज जी के रूप दे विच। श्री चंद गुर संतत जाने, माने मानव मान अनुमाने। कहंदे कि बाबा श्री चंद महाराज जी नूं पूरी कायनात, पूरा सिख पंथ उन्होंने गुरु नानक साहिब जी महाराज जी की संतान करके ही जानेगा। संतान करके ही, उन्होंने पुत्र करके ही, बड़े सुपुत्र करके ही उन्होंने जिहड़ी है समाज दे विच पूजा होवेगी, उन्हों का आदर मान होवेगा। माने मानव मन अपनाए, कि मनुख अपने मन विच सोच के मनणगे कि गुरु नानक साहिब जी महाराज जी दे सुपुत्र ने। गुर अंगद को गुरता देख दो दुतिया नानक प्रगटे, कि गुरु अंगद साहिब जी महाराज जी ने जो गुरता गद्दी दी, मान लो भी जिस तरह गुरु नानक साहिब जी महाराज जी ने दोबारा जन्म ले लिया होवे, दोबारा गुरु नानक साहिब जी महाराज जी ने अवतार धारण कर लिया होवे, इस तरह गुरु अंगद साहिब जी महाराज जी की विचारधारा उन्होंने संगत करने से सानू इस तरह महसूस होता कि दोबारा तो गुरु नानक साहिब जी महाराज इस धरती उत्ते प्रगट हो गए हैं। सुन कर लालो गिरा अलाई, खोजो जे पतरी होए भाई। भाई बाला जी की सारी विचार, सारे वचन जदों भाई लालू जी ने सुने ना, तो फिर वो भी भाई बाला जी नूं आखदे ने कि जिस कारज दे लई तुसीं आए हो ना, जन्म पत्री लभण दे लई आए हो, जन्म पत्री लैण दे लई आए हो ना, चलो मैं भी तुहाडे नाल साथ दिना, तुहाडा साथ दिना, वो असीं पत्री लभदे हां। क्योंकि असीं पिछे सरवण कर चुके हैं कि भाई लालू जी की उम्र जिहड़ी है वो भी वडेरी हो चुकी है, बजुर्ग हो रहे हैं, शरीर जिहड़ा है कमजोर हो गया। ते पर नहीं, जदों उन्होंने भाई बाला जी के कोलों सारी विथ्या सुनी, सारी कथा सारता सुनी कि गुरु नानक साहिब जी महाराज जी ने आप उन्होंने 5 पैसे ते एक नारियल धर के उन्होंने अगे शीश निवा के उन्होंने तख्त के उत्ते विराजमान किया है,
ਤਾਂ ਉਸ ਗੁਰੂ ਦਾ ਹੁਕਮ ਮੰਨਦਿਆਂ ਹੋਇਆਂ ਭਾਈ ਲਾਲੂ ਜੀ ਵੀ ਭਾਈ ਬਾਲਾ ਜੀ ਦਾ ਸਾਥ ਦਿੰਦੇ ਹੋਏ ਉਹ ਜਨਮ ਪੱਤਰੀ ਲੱਭਣ ਦੇ ਵਿੱਚ ਨਾਲ ਉਹਨਾਂ ਦੇ ਜਿਹੜਾ ਇਹ ਸਹਾਇਤਾ ਕਰਦੇ ਨੇ। ਕਾਗਰ ਲੇਖੇ ਕੇਕ ਥਾਈ ਬਹੁ ਮਨ ਮਿਲੀ ਨਾ ਜਾਣੀ ਜਾਈ। ਕਿ ਘਰ ਦੇ ਵਿੱਚ ਜਿਹੜੇ ਕੀਮਤੀ ਕਾਗਜ਼ਾਤ ਨੇ ਨਾ, ਜਿਹੜੀਆਂ ਕੀਮਤੀ ਚੀਜ਼ਾਂ ਨੇ, ਉਹ ਸਾਰੇ ਇੱਕ ਥਾਂ ਦੇ ਉੱਤੇ ਰੱਖੇ ਨੇ। ਉਹ ਇੱਕ ਥਾਂ ਦੇ ਵਿੱਚ, ਇੱਕ ਟਿਕਾਣੇ ਦੇ ਵਿੱਚ ਸਾਂਭ ਕੇ ਰੱਖੇ ਹੋਏ ਨੇ। ਬਹੁ ਮੈਂ ਮਿਲੀ ਨਾ ਜਾਣੀ ਜਾਈ। ਇਹ ਜਾਣਿਆ ਨਹੀਂ ਜਾ ਸਕਦਾ ਕਿ ਉਹ ਪੱਤਰੀ ਵੀ ਉਸ ਥਾਂ ਦੇ ਉੱਤੇ ਪਈ ਹੈ ਜਾਂ ਨਹੀਂ। ਸਾਨੂੰ ਲੱਭਣੀ ਪਵੇਗੀ, ਖੋਜ ਕਰਨੀ ਪਵੇਗੀ ਉਹਨਾਂ ਕਾਗਜ਼ਾਂ ਦੇ ਵਿੱਚ ਕਿ ਕਿਸ ਥਾਂ ਦੇ ਉੱਤੇ ਉਹ ਪੱਤਰੀ ਪਈ ਹੈ। ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਅਗਲੇਰੇ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਪੱਤਰੀ ਮਿਲਦੀ ਹੈ, ਕਿੰਨੇ ਦਿਨਾਂ ਬਾਅਦ ਉਹ ਪੱਤਰੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਜਾਂ ਕਿਸ ਤਰ੍ਹਾਂ ਅਗਲੀ ਵਿਚਾਰ ਭਾਈ ਲਾਲੂ ਜੀ ਤੇ ਭਾਈ ਬਾਲਾ ਜੀ ਜਾਂ ਲਾਲਾ ਪੰਨੂ ਜੀ ਆਪਸ ਦੇ ਵਿੱਚ ਜੋ ਵਿਚਾਰ ਕਰਦੇ ਨੇ, ਜੋ ਸਿਫਤ ਸਲਾਹ ਕਰਦੇ ਨੇ, ਉਹ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇਸੇ ਤਰ੍ਹਾਂ ਆਪ ਜੀ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਤੋਂ ਜਾਣੂ ਹੋਣਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।